ਆਲ ਇੰਡੀਆ ਰੇਡੀਓ ਵੱਲੋਂ ਵਿਗਿਆਨ ਪ੍ਰਸਾਰ ਦੇ ਸਹਿਯੋਗ ਦੇ ਨਾਲ ਪੇਸ਼ ਹੈ ਬਨੌਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਅਤੇ ਭਵਿੱਖ ਦੀ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ੍ਹ ਦੀ 20ਵੀਂ ਕੜੀ। ਸੁਣਾਵਾਂਗੇ ਅੱਜ ਅਸੀਂ ਕਹਾਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਖਤਿਜ ਦੇ ਉਸ ਪਾਰ ਦੇ ਰਾਹੀਂ ਵਿਗਿਆਨ ਸਿਧਾਂਤ ਤੇ ਕਾਰਜ ਦੇ ਖੇਤਰ ਦੇ ਵਿੱਚ ਪੁੱਟੀਆਂ ਜਾ ਰਹੀਆਂ ਨਵੀਆਂ ਪੁਲਾਂਘਾਂ ਦੀ। ਲਓ ਸੁਣੋ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ ਖਤਿਜ ਦੇ ਉਸ ਪਾਰ। ਕਿਤੇ ਤੇਰਾ ਦਿਮਾਗ ਤਾਂ ਨਹੀਂ ਘੁੰਮ ਗਿਆ? ਕੀ ਮਾਮਲਾ ਹੈ? ਇਹ ਕੀ ਅਜੀਬ ਗੱਲ ਕਰ ਦਿੱਤੀ ਤੁਸੀਂ? ਅਜੀਬ ਗੱਲ ਮਤਲਬ? ਮਤਲਬ ਇਹ ਕਿ ਤੁਸੀਂ ਅਕਸਰ ਗੱਲ-ਗੱਲ 'ਤੇ ਮੇਰੇ ਦਿਮਾਗ ਦਾ ਜ਼ਿਕਰ ਕਰ ਦਿੰਦੇ ਹੋ। ਤਾਂ ਇਹਦੇ 'ਚ ਕਿਹੜੀ ਅਜੀਬ ਗੱਲ ਹੈ? ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਤੁਹਾਡੇ ਵਰਗੇ ਸਪੇਸ ਕ੍ਰਾਫਟ ਦੇ ਦਿਮਾਗ ਨੂੰ ਇੱਕ ਹੋਰ ਦਿਮਾਗ ਦੀ ਜ਼ਰੂਰਤ ਪੈਂਦੀ ਹੈ। ਜ਼ਰਾ ਸੰਭਲ ਕੇ ਗੱਲ ਕਰ ਨਵੀਨ। ਮੈਨੂੰ ਸਪੇਸ ਕ੍ਰਾਫਟ ਕਹਿਣ ਦੀ ਹਿੰਮਤ ਤੇਰੀ ਕਿਵੇਂ ਹੋਈ? ਮਸ਼ੀਨੀ ਢਾਂਚੇ ਨਾਲ ਮੇਰੀ ਤੁਲਨਾ ਕਰ ਰਹੇ ਹੋ ਤੁਸੀਂ? ਕੀ ਤੁਸੀਂ ਸੋਚ ਸਮਝ ਕੇ ਬੋਲ ਰਹੇ ਹੋ? ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆਇਆ। ਸਮਝ 'ਚ ਆਉਣਾ ਚਾਹੀਦਾ ਹੈ। ਤੁਹਾਡੇ ਬੌਸ ਦੀਆਂ ਨਜ਼ਰਾਂ 'ਚ ਵੀ ਮੈਂ FPE ਮਤਲਬ ਫਲੂਇਡ ਸਾਈਕੋਸੋਮੈਟਿਕ ਐਨਸੈਂਬਲ ਹਾਂ ਅਤੇ ਉਹਨਾਂ ਨੇ ਮੈਨੂੰ ਇੱਕ ਪਿਆਰਾ ਜਿਹਾ ਨਾਮ ਵੀ ਦਿੱਤਾ ਹੈ, ਸਪੰਦਨ। ਇੰਨਾ ਖੂਬਸੂਰਤ ਨਾਂ ਪਰ ਤੁਹਾਡੇ ਕੋਲੋਂ ਬੋਲਿਆ ਨਹੀਂ ਜਾ ਰਿਹਾ। ਉਲਟਾ ਮੈਨੂੰ ਸਪੇਸ ਕ੍ਰਾਫਟ ਕਹਿ ਰਹੇ ਹੋ ਤੁਸੀਂ। ਠੀਕ ਹੈ ਮੈਂ ਆਪਣੀ ਗਲਤੀ ਮੰਨਦਾ ਸਪੰਦਨ। ਪਰ ਇੱਕ ਗੱਲ ਦੱਸ, ਅੱਜ ਕੱਲ੍ਹ ਵਾਰ-ਵਾਰ ਪਿਆਰ ਤੇ ਪਿਆਰਾ ਸ਼ਬਦ ਦਾ ਯੂਜ਼ ਬੜਾ ਕਰ ਰਿਹਾ ਤੂੰ। ਕੀ ਚੱਕਰ ਹੈ? ਕਿਉਂ? ਕੀ ਮੈਂ ਕਿਸੇ ਨਾਲ ਪਿਆਰ ਨਹੀਂ ਕਰ ਸਕਦਾ? ਦੇਖ ਸਪੰਦਨ, ਪਿਛਲੀ ਰਾਤ ਲਗਾਤਾਰ ਕੰਮ ਕਰਨ ਨਾਲ ਮੈਂ ਬਹੁਤ ਥੱਕ ਗਿਆ ਤੇ ਮੈਂ ਹੁਣ। ਤੁਸੀਂ ਫਿਰ ਤੋਂ ਆਪਣੀਆਂ ਭਾਵਨਾਵਾਂ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਵੇਖ, ਅਸੀਂ ਇੱਥੇ ਇੱਕ ਮਿਸ਼ਨ 'ਤੇ ਹਾਂ। ਜਿੰਨਾ ਛੇਤੀ ਹੋ ਸਕੇ ਅਸੀਂ ਇੱਥੇ 2 ਕਲੋਨੀਆਂ ਦਾ ਨਿਰਮਾਣ ਕਰਾਉਣਾ ਹੈ। ਸਾਡੀ ਧਰਤੀ ਦੇ ਲੋਕ ਇੱਥੇ ਪਹੁੰਚਣ ਲਈ ਤਿਆਰ ਨੇ। ਵੈਰੀ ਗੁੱਡ। ਆਪਣੇ ਕੰਮ ਦੀ ਕਿੰਨੀ ਫਿਕਰ ਹੈ ਤੁਹਾਨੂੰ। ਇੱਕ ਗੱਲ ਦੱਸੋ, ਜੇ ਤੁਹਾਡੀ ਪਤਨੀ ਤੁਹਾਨੂੰ ਸ਼ਿਲਾਂਗ ਤੋਂ ਅਚਾਨਕ ਫੋਨ ਕਰੇਗੀ ਤਾਂ ਕੀ ਤੁਸੀਂ ਫੋਨ ਨਹੀਂ ਚੁੱਕੋਗੇ? ਸ਼ਿਲੌਂਗ ਤੋਂ? 1 ਘੰਟਾ ਪਹਿਲਾਂ ਤਾਂ ਉਹ ਦਿੱਲੀ 'ਚ ਸੀ। ਘਬਰਾ ਗਏ ਨਾ? ਇਹੀ ਤਾਂ ਹੈ ਪਿਆਰ। ਦਰਅਸਲ ਅਚਾਨਕ ਹੀ ਦਿੱਲੀ ਦਾ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਗਿਆ ਸੀ। ਸਾਨੂੰ ਕਲਾਈਮੇਟ ਜੈਟ ਸੈਟ ਦੀ ਮਦਦ ਨਾਲ ਹਜ਼ਾਰਾਂ ਲੋਕਾਂ ਨੂੰ ਸ਼ਿਲੌਂਗ ਲੈ ਕੇ ਜਾਣਾ ਪਿਆ। ਅੱਛਾ, ਮੈਨੂੰ ਤਾਂ ਕਿਸੇ ਨੇ ਵੀ ਨਹੀਂ ਦੱਸਿਆ। ਕਿੰਨੀ ਅਜੀਬ ਗੱਲ ਹੈ। ਜ਼ਰਾ ਰੁਕੋ 1 ਮਿੰਟ। ਮਨਪ੍ਰੀਤ ਫੋਨ ਕਰ ਰਹੀ ਹੈ। ਆਪਣੇ ਸਾਹਮਣੇ ਵਾਲਾ ਉਹ ਨੀਲਾ ਬਟਨ ਦਬਾਓ। ਠੀਕ ਹੈ, ਦਬਾ ਦਿੱਤਾ। ਹੈਲੋ ਮਨਪ੍ਰੀਤ, ਸਭ ਕੁਝ ਠੀਕ ਤਾਂ ਹੈ ਨਾ? ਨਹੀਂ ਨਵੀਨ, ਕੁਝ ਗੜਬੜ ਹੈ, ਇਸ ਲਈ ਕਾਲ ਕਰ ਰਹੀ ਹਾਂ। ਮੈਂ ਇੱਥੇ ਪੱਥਰਾਂ ਦੇ ਢੇਰ ਦੇ ਸਾਹਮਣੇ ਖੜੀ ਹਾਂ ਤੇ ਬਹੁਤੇ ਪੱਥਰਾਂ 'ਚੋਂ ਕੁਝ ਅਜੀਬ ਜੀ ਚਮਕੀਲੀ ਭਾਫ ਵਰਗੀ ਕੋਈ ਚੀਜ਼ ਨਿਕਲ ਰਹੀ ਹੈ। ਅਜੀਬ ਜਿਹੀ ਚੀਜ਼ ਮਤਲਬ? ਕੋਈ ਖਤਰਾ ਤਾਂ ਨਹੀਂ ਲੱਗ ਰਿਹਾ ਤੁਹਾਨੂੰ? ਖਤਰੇ ਦਾ ਤੇ ਨਹੀਂ ਕਹਿ ਸਕਦੀ, ਪਰ ਮਨਪ੍ਰੀਤ, ਤੁਹਾਡੀ ਕਮਰ ਦੇ ਕੋਲ ਜਿਹੜਾ ਪੀਲਾ ਰਿਬਨ ਲਟਕ ਰਿਹਾ ਹੈ ਉਸ ਨੂੰ ਖੋਲ੍ਹੋ। ਜ਼ੋਰ ਨਾਲ ਖਿੱਚੋ, ਛੇਤੀ। ਪੀਲਾ ਰਿਬਨ? ਹਾਂ ਦਿਖਾਈ ਦਿੱਤਾ। ਖਿੱਚਤਾ। ਹੁਣ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ? ਹੁਣ ਉਹੀ ਚੱਟਾਨ ਤੇ ਪੱਥਰ ਦਿਖਾਈ ਦੇ ਰਹੇ ਨੇ। ਪਰ ਰੁਕੋ, ਚੱਟਾਨਾਂ ਦੇ ਇਹਨਾਂ ਸਾਰੇ ਟੁਕੜਿਆਂ 'ਚ ਕਈ ਸਾਰੀਆਂ ਪਰਤਾਂ ਨਜ਼ਰ ਆ ਰਹੀਆਂ ਨੇ। ਅਜੀਬ ਗੱਲ ਹੈ, ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਇਹ ਪਰਤਾਂ ਤੇ ਮੈਨੂੰ ਦਿਖਾਈ ਨਹੀਂ ਦਿੱਤੀਆਂ।
ਇਹੀ ਤਾਂ ਸਮਝਣ ਵਾਲੀ ਗੱਲ ਹੈ। ਤੁਸੀਂ ਆਪਣੀ ਜਾਂਚ ਪੜਤਾਲ ਜਾਰੀ ਰੱਖੋ, ਪਰ ਇਹਨਾਂ ਚੱਟਾਨਾਂ ਦੇ ਜ਼ਿਆਦਾ ਨੇੜੇ ਨਾ ਜਾਣਾ। ਤੁਹਾਡੇ ਕੋਲ ਜਿਹੜਾ ਉਹ ਛੋਟਾ ਜਿਹਾ ਲੇਜ਼ਰ ਸਪੈਕਟ੍ਰੋਗ੍ਰਾਫ ਹੈ, ਉਹਦਾ ਇਸਤੇਮਾਲ ਕਰੋ ਤੇ ਆਪਣਾ ਧਿਆਨ ਰੱਖੋ। ਠੀਕ ਹੈ ਨਵੀਨ, ਮੈਂ ਵੀ ਆਪਣਾ ਕੰਮ ਸ਼ੁਰੂ ਕਰਦੀ ਹਾਂ। ਬਾਏ। ਬਾਏ ਮਨਪ੍ਰੀਤ, ਆਪਣਾ ਖਿਆਲ ਰੱਖਣਾ। ਮੰਗਲ ਗ੍ਰਹਿ ਦਾ ਇਹ ਉਜਾੜ ਇਲਾਕਾ ਹੈ। ਸਾਨੂੰ ਤਾਂ ਲੱਗ ਰਿਹਾ ਸੀ ਕਿ ਇਸ ਇਲਾਕੇ ਦੀ ਪੂਰੀ ਜਿਓਲੋਜੀ, ਫਿਜ਼ਿਕਸ ਤੇ ਕੈਮਿਸਟਰੀ ਸਾਨੂੰ ਚੰਗੀ ਤਰ੍ਹਾਂ ਪਤਾ ਹੈ, ਪਰ ਉੱਥੇ ਗੜਬੜੀ ਕੀ ਸੀ ਸਪੰਦਨ? ਮਨਪ੍ਰੀਤ ਨੇ ਜਦੋਂ ਪੀਲਾ ਰਿਬਨ ਖਿੱਚਿਆ ਤਾਂ ਉਸ ਨਾਲ ਕੀ ਹੋਇਆ? ਕੁਝ ਖਾਸ ਨਹੀਂ ਹੋਇਆ। ਉਸ ਨਾਲ ਮਨਪ੍ਰੀਤ ਦੇ ਚਾਰੇ ਪਾਸੇ ਆਇਨਿਕ ਸ਼ੀਲਡ ਮਤਲਬ ਆਇਨਸ ਦੀ ਢਾਲ ਜਿਹੀ ਬਣ ਗਈ। ਹੁਣ ਉਸ ਨੂੰ ਕੋਈ ਖਤਰਾ ਨਹੀਂ ਹੈ। ਆਇਨਿਕ ਸ਼ੀਲਡ? ਕੀ ਕਹਿ ਰਿਹਾ ਤੂੰ? ਮੇਰੇ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ। ਪੱਥਰਾਂ ਤੋਂ ਨਿਕਲਣ ਵਾਲੀ ਉਹ ਅਜੀਬ ਜਿਹੀ ਚਮਕ ਨੂੰ ਮਨਪ੍ਰੀਤ ਨੇ ਤਾਂ ਬਾਅਦ 'ਚ ਵੇਖਿਆ। ਉਸ ਦੇ ਸਰੀਰ 'ਤੇ ਉਸ ਚਮਕ ਦਾ ਅਸਰ ਕਾਫੀ ਪਹਿਲਾਂ ਤੋਂ ਪੈਣ ਲੱਗ ਗਿਆ ਸੀ। ਮੇਰੇ ਆਟੋ ਰਿਸਪੌਂਸ ਡਾਟਾਬੇਸ ਦੇ ਮੁਤਾਬਿਕ ਮੰਗਲ ਦੀ ਜ਼ਮੀਨ 'ਚ ਪਹਿਲਾਂ ਵੀ ਅਜਿਹੀਆਂ ਕਾਫੀ ਥਾਵਾਂ ਖੋਜੀਆਂ ਜਾ ਚੁੱਕੀਆਂ ਹਨ, ਪਰ ਕੈਮੀਕਲਾਂ ਦੀ ਬਣਾਵਟ ਕੁਝ ਨਵੀਂ ਤਰ੍ਹਾਂ ਦੀ ਹੈ। ਇਹਨਾਂ ਪੱਥਰਾਂ ਤੋਂ ਨਿਕਲਣ ਵਾਲੀ ਮਹੀਨ ਜਿਹੀ ਭਾਫ਼ ਕਾਰਬਨ ਚੇਨਸ ਦੇ ਵੱਲ ਤੇਜ਼ੀ ਨਾਲ ਆਕਰਸ਼ਿਤ ਹੁੰਦੀ ਹੈ। ਕਾਰਬਨ ਚੇਨ? ਕੀ ਮਨਪ੍ਰੀਤ ਕੁਝ ਅਜਿਹੀਆਂ ਚੀਜ਼ਾਂ ਨਾਲ ਲੈ ਕੇ ਗਈ ਸੀ? ਨਵੀਨ, ਲੱਗਦਾ ਹੈ ਜਦੋਂ ਤੋਂ ਤੁਹਾਨੂੰ ਆਪਣੀ ਸ਼੍ਰੀਮਤੀ ਜੀ ਦੇ ਸ਼ਿਲੌਂਗ ਜਾਣ ਦੀ ਗੱਲ ਪਤਾ ਚੱਲੀ ਹੈ, ਤੁਹਾਡਾ ਦਿਮਾਗ ਕੰਮ ਨਹੀਂ ਕਰ ਰਿਹਾ। ਕੀ ਤੁਸੀਂ ਭੁੱਲ ਗਏ ਕਿ ਪੂਰਾ ਮਨੁੱਖੀ ਸਰੀਰ ਕਾਰਬਨ ਦਾ ਹੀ ਬਣਿਆ ਹੋਇਆ ਹੈ? ਇਹ ਸਰੀਰ ਕਾਰਬਨ ਚੇਨ ਦਾ ਇੱਕ ਸੁਪਰ ਸਟਰਕਚਰ ਹੈ, ਭੁੱਲ ਗਏ? ਮੈਂ ਤੇ ਬਸ ਪਿਆਰ ਦੀਵਾਨਾ ਹੋਤਾ ਹੈ, ਮਸਤਾਨਾ ਹੋਤਾ ਹੈ। ਇਹ ਪਿਆਰ ਵੀ ਤਾਂ ਤੁਹਾਡੇ ਅੰਦਰ ਭਰੇ ਪਏ ਨਿਊਰੋਨਾਂ ਦੀ ਹੀ ਉਪਜ ਹੈ। ਤੁਸੀਂ ਫਿਕਰ ਨਾ ਕਰੋ, ਉਹ ਭਾਫ਼ ਹੁਣ ਮਨਪ੍ਰੀਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ। ਸਪੰਦਨ? ਹਾਂ ਨਵੀਨ, ਬੋਲੋ। ਇੱਕ ਗੱਲ ਦੱਸੋ, ਬੁਰਾ ਨਾ ਮੰਨਣਾ, ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ, ਇੱਕ ਆਦਮੀ ਜਾਂ ਫਿਰ ਔਰਤ? ਤੁਸੀਂ ਮਨੁੱਖ ਵੀ ਕਿੰਨੇ ਭੋਲੇ ਹੋ। ਪਿਆਰ ਦੀ ਖੁਸ਼ਬੂ ਨੂੰ ਮਹਿਸੂਸ ਕਰਨ ਲਈ ਤੁਹਾਨੂੰ ਕਿਸੇ ਹੋਰ ਦੀ ਲੋੜ ਹੁੰਦੀ ਹੈ। ਕਿੰਨਾ ਪਛੜਿਆ ਦਿਮਾਗ ਹੈ ਤੁਹਾਡੇ ਲੋਕਾਂ ਦਾ। ਜ਼ਰਾ ਤਮੀਜ਼ ਨਾਲ ਗੱਲ ਕਰੋ ਸਪੰਦਨ। ਇਹ ਨਾ ਭੁੱਲੋ ਕਿ ਤੁਹਾਨੂੰ ਵੀ ਇੱਕ ਮਨੁੱਖ ਨੇ ਬਣਾਇਆ। ਜੇਕਰ ਤੁਸੀਂ ਇੰਨੇ ਹੀ ਪਛੜੇ ਹੋ ਤਾਂ ਫਿਰ ਮੇਰੇ ਨੇੜੇ ਕਿਉਂ ਆਉਂਦੇ ਹੋ? ਜਾਓ ਕਿਸੇ ਮਸ਼ੀਨ ਨੂੰ ਲੱਭੋ। ਬਸ ਤੁਸੀਂ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਲਿਆ। ਕੋਈ ਗੱਲ ਨਹੀਂ, ਪਰ ਮੈਂ ਫਿਰ ਤੋਂ ਤੁਹਾਨੂੰ ਯਾਦ ਕਰਵਾ ਦਿਆਂ ਕਿ ਮੈਂ ਇੱਕ ਫਲੂਇਡ ਸਾਈਕੋਸੋਮੈਟਿਕ ਐਨਸੈਂਬਲ ਹਾਂ। ਜ਼ਰਾ ਆਪਣੇ ਇਤਿਹਾਸ 'ਚ ਝਾਤ ਮਾਰ ਲਓ, ਤੁਹਾਨੂੰ ਹਰ ਦੌਰ 'ਚ ਮਸ਼ੀਨਾਂ ਜ਼ਰੂਰ ਮਿਲਣਗੀਆਂ। ਲੱਗਦਾ ਪ੍ਰੋਫੈਸਰ ਕਮਲ ਦੀ ਕਾਲ ਹੈ। ਮੈਂ ਇਸ ਨੂੰ ਵਿਜ਼ੂਅਲ ਮੋਡ 'ਤੇ ਸੈੱਟ ਕਰਦਾ। ਹਾਂ, ਹੁਣ ਠੀਕ ਹੈ। ਨਮਸਤੇ ਸਰ। ਹਾਏ ਨਵੀਨ, ਕੰਮ ਕਿਵੇਂ ਚੱਲ ਰਿਹਾ? ਬਹੁਤ ਵਧੀਆ ਸਰ, ਅਸੀਂ ਤਾਂ ਪੂਰੀ ਤਾਕਤ ਨਾਲ ਜੁਟੇ ਹੋਏ ਹਾਂ। ਅਸੀਂ 2 ਨਵੇਂ ਇਲਾਕਿਆਂ ਦਾ ਸਰਵੇ ਕੰਮ ਪੂਰਾ ਕਰ ਲਿਆ। ਇਹਦੀ ਰਿਪੋਰਟ ਅਸੀਂ ਜਲਦੀ ਹੀ ਤੁਹਾਨੂੰ ਭੇਜ ਦਿਆਂਗੇ। ਮਨਪ੍ਰੀਤ ਅੱਜ ਸਟੇਸ਼ਨ ਤੋਂ ਕੁਝ ਦੂਰ ਗਈ ਹੈ। ਉਹ ਉਸ ਇਲਾਕੇ ਦੀ ਸ਼ੁਰੂਆਤੀ ਜਾਂਚ ਪੜਤਾਲ ਦਾ ਕੰਮ ਕਰ ਰਹੀ ਹੈ। ਠੀਕ ਆ, ਵੈਸੇ ਵੀ ਮੈਨੂੰ ਯਕੀਨ ਆ ਕਿ ਤੁਸੀਂ ਤੈਅ ਸਮੇਂ ਤੇ ਆਪਣਾ ਕੰਮ ਪੂਰਾ ਕਰ ਲਵੋਗੇ। ਆਖਿਰ ਤੁਸੀਂ ਅਤੇ ਮਨਪ੍ਰੀਤ ਸਾਡੇ ਸਭ ਤੋਂ ਵਧੀਆ ਟਰਾਂਸਪਲੈਨਟਰੀ ਇੰਜੀਨੀਅਰ ਹੋ। ਥੈਂਕ ਯੂ ਸਰ। ਤੁਹਾਨੂੰ ਦੋਵਾਂ ਨੂੰ ਦੂਜੇ ਗ੍ਰਹਿ 'ਤੇ ਕੰਮ ਕਰਨ ਦਾ ਸ਼ਾਨਦਾਰ ਅਨੁਭਵ ਆ। ਥੈਂਕ ਯੂ ਸੋ ਮਚ ਸਰ। ਸਰ, ਜਿਵੇਂ ਜੀਓਕੈਮੀਕਲ ਸਟੱਡੀ ਦਾ ਕੰਮ ਪੂਰਾ ਹੋਵੇਗਾ, ਅਸੀਂ ਲੋਕ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਲੱਗ-ਅਲੱਗ ਇਲਾਕਿਆਂ 'ਚ ਭਾਰ ਸਹਿਣ ਦੀ ਕਿੰਨੀ ਕੁ ਖਮਤਾ ਹੈ। ਇਹਨਾਂ ਇਲਾਕਿਆਂ 'ਚ ਮਿੱਟੀ 'ਚ ਆਕਸੀਜਨ ਉਤਪਾਦ ਸ਼ਕਤੀ ਨੂੰ ਜਾਂਚਣ ਦਾ ਕੰਮ ਮਨਪ੍ਰੀਤ ਕਰੇਗੀ। ਤੁਹਾਡਾ ਮਤਲਬ ਰੈਗੋਲਿਥ 2 ਗ੍ਰੀਕ ਸ਼ਬਦਾਂ ਤੋਂ ਮਿਲ ਕੇ ਬਣਿਆ ਇਹ ਸ਼ਬਦ ਮੈਨੂੰ ਬਹੁਤ ਪਸੰਦ ਆ। ਰੈਗੋਸ ਦਾ ਮਤਲਬ ਹੁੰਦਾ ਕੰਬਲ ਅਤੇ ਲੀਵੋਸ ਦਾ ਮਤਲਬ ਹੁੰਦਾ ਪੱਥਰ ਜਾਂ ਚਟਾਨ। ਰੈਗੋਲਿਥ ਮਤਲਬ ਚਟਾਨੀ ਧੂੜ ਦੀ ਇੱਕ ਮੋਟੀ ਪਰਤ। ਬਿਲਕੁਲ ਸਰ, ਤੁਹਾਡੇ ਗਿਆਨ ਦੀ ਗਹਿਰਾਈ ਦਾ ਤਾਂ ਮੈਂ ਬਹੁਤ ਚਿਰਾਂ ਤੋਂ ਮੁਰੀਦ ਹੈਗਾ। ਬਸ ਰਹਿਣ ਦੇ ਨਵੀਨ, ਇਸ ਬੁਢਾਪੇ 'ਚ ਮੈਨੂੰ ਅਜਿਹੀ ਝੂਠੀ ਤਾਰੀਫ ਦੀ ਕੋਈ ਜ਼ਰੂਰਤ ਨਹੀਂ। ਨਹੀਂ ਸਰ, ਇਹ ਝੂਠੀ ਤਾਰੀਫ ਨਹੀਂ ਹੈ, ਇਹ ਸੱਚੀ ਕਹਿ ਰਿਹਾ ਮੈਂ। ਚਲੋ ਠੀਕ ਆ ਫਿਰ ਤਾਂ।
ਤੁਸੀਂ ਤਾਂ ਜਾਣਦੇ ਹੋ ਸਾਡੇ ਮਿਸ਼ਨ ਦੇ ਸਪਾਂਸਰ ਦੀ ਉੱਥੋਂ ਦੇ ਹਾਲਾਤ ਦੀ ਰਿਪੋਰਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਜੀ। ਠੀਕ ਆ, ਫਿਰ ਛੇਤੀ ਹੀ ਹੋਵੇਗੀ ਗੱਲਬਾਤ। ਕੁਝ ਖਾਸ ਗੱਲ ਹੋਵੇ ਤਾਂ ਮੈਨੂੰ ਕਾਲ ਕਰਨਾ। ਓਕੇ ਸਰ, ਬਾਏ। ਬਾਏ। ਮਿਸਟਰ ਨਵੀਨ, ਰਿਸੀਵਰ ਸਹੀ ਤਰੀਕੇ ਨਾਲ ਰੱਖ ਦਿਓ ਪਲੀਜ਼। ਪ੍ਰੋਫੈਸਰ ਕਮਲ ਨੂੰ ਕਾਲ ਡਿਸਕਨੈਕਟ ਕੀਤਿਆਂ 3 ਮਿੰਟ ਤੋਂ ਜ਼ਿਆਦਾ ਵਕਤ ਬੀਤ ਗਿਆ ਹੈ ਤੇ ਤੁਹਾਨੂੰ ਇਹਦਾ ਅਹਿਸਾਸ ਹੀ ਨਹੀਂ ਹੈ। ਕੀ ਕਿਹਾ? 3 ਮਿੰਟ ਤੋਂ ਜ਼ਿਆਦਾ? ਜੀ ਹਾਂ, ਠੀਕ ਕਿਹਾ ਮੈਂ। ਵੇਖੋ, ਧਰਤੀ ਤੋਂ ਮੰਗਲ ਗ੍ਰਹਿ ਤੱਕ ਰੋਸ਼ਨੀ ਪਹੁੰਚਣ 'ਚ ਇੰਨਾ ਹੀ ਵਕਤ ਲੱਗਦਾ ਹੈ, 3 ਮਿੰਟ 20 ਸੈਕਿੰਡ। ਗੱਲਬਾਤ ਨੂੰ ਧਰਤੀ ਤੋਂ ਇੱਥੇ ਤੱਕ ਪਹੁੰਚਣ 'ਚ ਇੰਨਾ ਹੀ ਤਾਂ ਸਮਾਂ ਲੱਗਦਾ ਹੈ ਨਾ। ਚਲੋ ਠੀਕ ਹੈ। ਜ਼ਰਾ ਇਹ ਦੱਸੋ ਸਪੰਦਨ, ਕੁਝ ਦੇਰ ਪਹਿਲਾਂ ਤੁਸੀਂ ਫਲੂਟ ਸ਼ਬਦ ਦਾ ਇਸਤੇਮਾਲ ਕੀਤਾ ਸੀ। ਅਸਲ 'ਚ ਇਹਦਾ ਮਤਲਬ ਕੀ ਹੈ? ਤੁਸੀਂ ਕਿਹਾ ਸੀ ਫਲੂਟ ਸਾਈਕੋ। ਮੇਰੇ ਖਿਆਲ 'ਚ ਇਹ ਕੁਝ ਜ਼ਿਆਦਾ ਹੀ ਐਡਵਾਂਸ ਹੈ। ਕਿਉਂ? ਮੈਂ ਕਿਹਾ ਸੀ ਫਲੂਟ ਸਾਈਕੋਸੋਮੈਟਿਕ ਐਨਸੈਂਬਲ। ਮੇਰਾ ਕੰਮ ਤਾਂ ਬਸ ਤੁਹਾਡੇ ਜਿਹੇ ਲੋਕਾਂ ਦੀਆਂ ਗਲਤੀਆਂ ਨੂੰ ਸੁਧਾਰਨ ਦਾ ਹੀ ਰਹਿ ਗਿਆ ਹੈ। ਹਾਂ, ਠੀਕ ਹੈ, ਠੀਕ ਹੈ। ਜ਼ਿਆਦਾ ਭਾਅ ਨਾ ਵਿਖਾ। ਜਿੰਨੀ ਚੀਜ਼ ਪੁੱਛੀ ਗਈ ਹੈ ਉਹਦਾ ਹੀ ਜਵਾਬ ਦੇ ਬਸ। ਮਿਸਟਰ ਨਵੀਨ, ਮੈਂ ਕੀ ਭਾਅ ਵਿਖਾਵਾਂਗਾ? ਇਹ ਭਾਅ, ਕਮੰਡ, ਇਹ ਸਭ ਤੁਹਾਡੇ ਮਨੁੱਖਾਂ ਦੀ ਫਿਤਰਤ ਹੈ, ਸਾਡੀ ਨਹੀਂ। ਖੈਰ, ਮੈਂ ਫਲੂਡਿਟੀ ਮਤਲਬ ਤਰਲਤਾ ਦੇ ਬਾਰੇ 'ਚ ਤੁਹਾਡਾ ਜਵਾਬ ਦਿੰਦਾ ਹਾਂ। ਵੇਖੋ, ਮੈਂ ਹਰ ਮਾਇਨੇ 'ਚ ਫਲੂਡ ਮਤਲਬ ਤਰਲ ਹੀ ਹਾਂ। ਮਤਲਬ ਇਹ ਕਿ ਜਿਵੇਂ ਤੁਸੀਂ ਚਾਹੋ ਮੇਰਾ ਇਸਤੇਮਾਲ ਕਰ ਲਵੋ। ਜਿਵੇਂ ਪੁਲਾੜ 'ਚ ਤੁਸੀਂ ਮੈਨੂੰ ਇੱਕ ਫਲੋਟਰ ਦੇ ਤੌਰ 'ਤੇ ਇਸਤੇਮਾਲ ਕੀਤਾ, ਇੱਥੇ ਮੰਗਲ ਗ੍ਰਹਿ 'ਤੇ ਮੈਨੂੰ ਇੱਕ ਸਰਵੇਖਣ ਸਟੇਸ਼ਨ ਦੇ ਵਾਂਗ ਪ੍ਰਯੋਗ ਕੀਤਾ। ਕਿਸੇ ਡੂੰਘੇ ਸਮੁੰਦਰ 'ਚ ਤੁਸੀਂ ਮੇਰਾ ਇਸਤੇਮਾਲ ਸਾਰੀਆਂ ਜ਼ਰੂਰੀ ਸੁਵਿਧਾਵਾਂ ਦੇ ਲਈ ਕਰ ਸਕਦੇ ਹੋ। ਇੱਥੋਂ ਤੱਕ ਕਿ ਮਾਰੀਆਨਾ ਟ੍ਰੈਂਚ ਦੀ ਗਹਿਰਾਈ 'ਚ ਵੀ ਤੁਸੀਂ ਮੈਨੂੰ ਇਸਤੇਮਾਲ ਕਰਦੇ ਹੋ। ਇੱਕ ਗੱਲ ਦੱਸੋ, ਇਹ ਸਭ ਕੁਝ ਤੁਸੀਂ ਕਦੇ ਕੀਤਾ ਵੀ ਹੈ ਜਾਂ ਫਿਰ ਬਸ ਐਵੇਂ ਖੁਸ਼ਫਹਿਮੀ ਹੈ ਤੁਹਾਨੂੰ? ਮਿਸਟਰ ਨਵੀਨ, ਮੈਂ ਉਹੀ ਦੱਸ ਰਿਹਾ ਹਾਂ ਜੋ ਮੈਂ ਕੰਮ ਕੀਤਾ ਹੈ। ਇਹਨਾਂ ਸਮਰੱਥਾਵਾਂ ਨਾਲ ਜੁੜੀਆਂ ਕਈ ਸੁਨਹਿਰੀਆਂ ਯਾਦਾਂ ਹੁਣ ਵੀ ਮੇਰੇ ਮਨ ਵਿੱਚ ਨੇ। ਇਹ ਕਰੀਬ 4 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮਹਿਲਾਵਾਂ ਦੀ ਇੱਕ ਟੀਮ ਨੂੰ ਅਰਬ ਸਾਗਰ ਦੀਆਂ ਗਹਿਰਾਈਆਂ 'ਚ ਮਨੁੱਖ ਦੇ ਲਈ ਕੋਈ ਸੁਰੱਖਿਅਤ ਠਿਕਾਣਾ ਖੋਜਣ ਦੀ ਜ਼ਿੰਮੇਵਾਰੀ ਮਿਲੀ ਸੀ। ਉਹ ਥਾਂ ਕਰਨਾਟਕ 'ਚ ਮੰਗਲੁਰੂ ਦੇ ਤੱਟ ਤੋਂ ਕੁਝ ਦੂਰੀ 'ਤੇ ਸੀ। ਰਾਜਵਿੰਦਰ, ਤੁਸੀਂ ਇੱਥੋਂ ਦੇ ਹਾਲਾਤ ਨੂੰ ਲੈ ਕੇ ਇੰਨੀ ਜ਼ਿਆਦਾ ਬੇਫਿਕਰੇ ਕਿਉਂ ਹੋ? ਸਾਡੇ ਕੋਲ ਇਸ ਸਥਾਨ ਨਾਲ ਜੁੜੇ ਬਹੁਤ ਸਾਰੇ ਆંકੜੇ ਨੇ। ਇਹ ਕੋਈ ਪਹਿਲਾ ਮੌਕਾ ਤਾਂ ਹੈ ਨਹੀਂ ਜਦੋਂ ਮਨੁੱਖ ਸਮੁੰਦਰ ਦੀਆਂ ਇਹਨਾਂ ਗਹਿਰਾਈਆਂ ਨੂੰ ਖੰਗਾਲ ਰਿਹਾ ਹੋਵੇ। ਸਹੀ ਗੱਲ ਹੈ। ਇਹ ਸਨ 1960 ਦਾ ਵਕਤ ਸੀ, ਜਦੋਂ ਸਮੁੰਦਰ ਦੀਆਂ ਗਹਿਰਾਈਆਂ 'ਚ ਮਨੁੱਖੀ ਕਲੋਨੀ ਬਣਾਉਣ ਦੇ ਵਿਚਾਰ ਨੇ ਦੁਨੀਆ ਦਾ ਧਿਆਨ ਖਿੱਚਿਆ। ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਹਰਜੀਤ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ 21ਵੀਂ ਸਦੀ ਦੇ ਵਿੱਚ ਹੀ ਇੱਥੇ ਜੀਵਾਂ ਦੀਆਂ ਕੁਝ ਕਲੋਨੀਆਂ ਖੂਬ ਵਧੀਆ ਫੁੱਲੀਆਂ, ਪਰ ਹੁਣ ਦੁਨੀਆ ਭਰ ਦੀ ਜਲਵਾਯੂ ਚਾਹੇ ਵਿਨਾਸ਼ਕਾਰੀ ਬਦਲਾਵਾਂ ਦੇ ਕਰਕੇ ਇਹ ਹਾਲਾਤ ਪੂਰੀ ਤਰ੍ਹਾਂ ਨਾਲ ਬਦਲ ਚੁੱਕੇ ਨੇ। ਹਾਂ ਬਿਲਕੁਲ, ਹੁਣ ਤਾਂ ਸਮੁੰਦਰੀ ਪਾਣੀ ਬਹੁਤ ਜ਼ਿਆਦਾ ਐਸਿਡਿਫਾਈ ਹੋ ਗਿਆ ਹੈ। ਮਤਲਬ ਸਮੁੰਦਰੀ ਪਾਣੀ 'ਚ ਤੇਜ਼ਾਬ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ ਹੈ। ਥਾਂ ਥਾਂ ਅਚਾਨਕ ਹੀ ਜਵਾਰ ਭਾਟੇ ਆਉਣ ਲੱਗ ਜਾਂਦੇ ਨੇ। ਹਾਂ, ਕਈ ਇਲਾਕਿਆਂ 'ਚ ਤਾਂ ਸਮੁੰਦਰੀ ਜੀਵ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਗਏ ਨੇ। ਜਾਣਦੀ ਹਾਂ, ਇਹ ਸਭ ਗੱਲਾਂ ਪਤਾ ਨਹੀਂ ਮੈਨੂੰ, ਪਰ ਐਕੋਨੌਟਸ ਦੇ ਕਪਤਾਨ ਦੇ ਤੌਰ 'ਤੇ ਮੈਨੂੰ ਜਿਸ 'ਤੇ ਸਭ ਤੋਂ ਜ਼ਿਆਦਾ ਭਰੋਸਾ ਹੈ ਉਹ ਹੈ ਸਪੰਦਨ। ਤੁਹਾਡਾ ਮਤਲਬ ਇਸ ਕੋਠੜੀ ਨੁਮਾ ਜਹਾਜ਼ ਤੋਂ ਹੈ? ਇਹ ਅਜੀਬ ਜਿਹੀ ਪਣਡੁੱਬੀ? ਇਹ ਸਿਰਫ ਇੱਕ ਪਣਡੁੱਬੀ ਨਹੀਂ ਹੈ ਹਰਜੀਤ, ਇਹਦੀ ਕਾਬਲੀਅਤ ਕਿਸੇ ਮਨੁੱਖ ਤੋਂ ਕਿਤੇ ਜ਼ਿਆਦਾ ਹੈ। ਅਟੈਂਸ਼ਨ ਪਲੀਜ਼, ਮੈਂ ਤੁਹਾਨੂੰ ਇੱਕ ਚੇਤਾਵਨੀ ਦੇਣੀ ਹੈ। ਸਮੁੰਦਰ 'ਚ ਇੱਕ ਤਾਕਤਵਰ ਤੇ ਬੇਕਾਬੂ ਗਰਮ ਧਾਰਾ ਤੇਜ਼ੀ ਨਾਲ ਸਾਡੇ ਵੱਲ ਵੱਧ ਰਹੀ ਹੈ। ਇਹ ਕੌਣ ਬੋਲਿਆ ਰਾਜਵਿੰਦਰ? ਘਬਰਾਓ ਨਾ, ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ, ਇਹ ਸਾਡੀ ਪਣਡੁੱਬੀ ਦੀ ਹੀ ਆਵਾਜ਼ ਹੈ। ਮੈਨੂੰ ਤਾਂ ਇਹ ਕਿਸੇ ਬੋਲਣ ਵਾਲੇ ਰੋਬੋਟ ਦੀ ਆਵਾਜ਼ ਲੱਗ ਰਹੀ ਹੈ। ਇਹਦਾ ਤਾਂ ਮੈਨੂੰ ਕੁਝ ਵੀ ਅੰਦਾਜ਼ਾ ਨਹੀਂ ਸੀ। ਮੈਂ ਤੁਹਾਨੂੰ ਦੱਸਿਆ ਸੀ ਨਾ ਹਰਜੀਤ,
ਇਹ ਬਹੁਤ ਜ਼ਿਆਦਾ ਐਡਵਾਂਸ ਸਿਸਟਮ ਹੈ। ਇਸ 'ਚ ਸੁਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਇਸਤੇਮਾਲ ਹੋਇਆ ਹੈ। ਅਟੈਂਸ਼ਨ ਪਲੀਜ਼। ਕਰੀਬ 54 ਸੈਕਿੰਡ ਬਾਅਦ ਉਹ ਲਹਿਰ ਸਾਡੇ ਸੰਤੁਲਨ ਨੂੰ ਵਿਗਾੜ ਸਕਦੀ ਹੈ। ਸਾਨੂੰ ਜਲਦੀ ਨਾਲ ਕੁਝ ਕਰਨਾ ਹੋਏਗਾ। ਛੇਤੀ ਕਰੋ ਸਪੰਦਨ, ਹੁਣ ਜਲਦੀ ਕੀ ਹੋ ਸਕਦਾ ਹੈ? ਵੇਖੋ, ਮੈਨੂੰ ਪਣਡੁੱਬੀ ਦੇ ਆਕਾਰ 'ਚ ਕੁਝ ਇਹੋ ਜਿਹਾ ਬਦਲਾਅ ਕਰਨਾ ਪੈ ਰਿਹਾ ਹੈ ਕਿ ਇਹ ਲਹਿਰ ਦੀ ਟੱਕਰ ਨੂੰ ਝੇਲ ਸਕੇ। ਜਦੋਂ ਤੁਸੀਂ ਇਹਦੇ ਸਾਹਮਣੇ ਦੇ ਹਿੱਸੇ ਨੂੰ ਮੁੜਦਾ ਹੋਇਆ ਵੇਖਿਆ ਤਾਂ ਘਬਰਾਉਣਾ ਨਹੀਂ ਹੈ। ਮੈਂ ਇਹਦਾ ਆਕਾਰ ਬਦਲ ਰਿਹਾ ਹਾਂ ਤੇ ਇਹ ਮੈਂ ਬਦਲ ਦਿੱਤਾ। ਜ਼ਰਾ ਮੋਨੀਟਰ 'ਚ ਦੇਖੋ, ਸਾਡੀ ਇਸ ਪਣਡੁੱਬੀ ਦਾ ਆਕਾਰ ਕਿੰਨਾ ਬਦਲ ਗਿਆ ਏ। ਹਾਂ, ਪਰ ਸਾਨੂੰ ਕਿਸੇ ਝਟਕੇ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ। ਇਹ ਤਾਂ ਕਮਾਲ ਹੋ ਗਿਆ, ਸੁਪਰ ਸ਼ਾਕ ਅਬਜ਼ਰਵਰ ਦੀ ਵਾਂਗ ਹੈ। ਝਟਕਾ ਤਾਂ ਕਾਫੀ ਵੱਡਾ ਸੀ, ਪਰ ਅਸੀਂ ਪ੍ਰਬੰਧ ਹੀ ਕੁਝ ਅਜਿਹਾ ਕੀਤਾ ਸੀ ਕਿ ਉਸ ਦਾ ਅਹਿਸਾਸ ਹੀ ਨਾ ਹੋਵੇ। ਅੱਛਾ, ਪਰ ਸਾਨੂੰ ਇਸ ਦਾ ਪਤਾ ਕਿਉਂ ਨਹੀਂ ਚੱਲਿਆ ਭਲਾ? ਇਹੀ ਤਾਂ ਸਪੰਦਨ ਦੀ ਖੂਬੀ ਹੈ। ਅਜਿਹੇ ਮੁਸ਼ਕਿਲ ਹਾਲਾਤ 'ਚ ਤੁਹਾਡਾ ਪੂਰਾ ਖਿਆਲ ਰੱਖਦਾ ਹੈ। ਤੁਹਾਡੇ ਸਰੀਰ ਦੇ ਨਾਲ ਨਾਲ ਦਿਮਾਗ ਨੂੰ ਵੀ ਅਜਿਹੀ ਸਥਿਤੀ 'ਚ ਰੱਖਿਆ ਗਿਆ ਸੀ ਕਿ ਤੁਹਾਡੀਆਂ ਨਰਵਸ ਨੂੰ ਝਟਕਿਆਂ ਦਾ ਅਨੁਭਵ ਨਾ ਹੋਵੇ। ਰਾਜਵਿੰਦਰ ਮੈਡਮ, ਅਸੀਂ ਗਹਿਰਾਈ ਦੇ ਪੱਧਰ ਨੂੰ ਵੀ ਬਦਲਿਆ ਹੈ। ਅਜੇ ਅਸੀਂ 950 ਮੀਟਰ ਦੀ ਗਹਿਰਾਈ 'ਤੇ ਹਾਂ। ਅੱਛਾ, ਇਹ ਤਾਂ ਬਹੁਤ ਜ਼ਿਆਦਾ ਗਹਿਰਾਈ ਹੈ। ਮੇਰੇ ਖਿਆਲ ਨਾਲ ਉਸ ਵਕਤ ਤਾਂ ਅਸੀਂ ਸ਼ਾਇਦ ਕੋਈ 300 ਮੀਟਰ ਦੀ ਗਹਿਰਾਈ 'ਤੇ ਰਹੇ ਹੋਵਾਂਗੇ। ਹਾਂ, ਜ਼ਾਹਿਰ ਹੈ ਇੱਥੇ ਦਬਾਅ ਉੱਥੇ ਨਾਲੋਂ ਕਿਤੇ ਜ਼ਿਆਦਾ ਹੋਵੇਗਾ। ਸਮੁੰਦਰ ਦੀ ਇੰਨੀ ਜ਼ਿਆਦਾ ਗਹਿਰਾਈ 'ਚ ਕੁਦਰਤੀ ਤੌਰ 'ਤੇ ਦੇਰ ਤੱਕ ਨਹੀਂ ਰੁਕਿਆ ਜਾ ਸਕਦਾ। ਕੈਪਟਨ, ਹਾਂ ਸਪੰਦਨ, ਬੋਲੋ। ਮੈਨੂੰ ਲੱਗ ਰਿਹਾ ਹੈ ਸ਼ਾਇਦ ਇੱਥੇ ਜੀਵਨ ਹੋਏਗਾ। ਮੱਛੀਆਂ ਦੀ ਇੱਕ ਛੋਟੀ ਜਿਹੀ ਕਲੋਨੀ ਦਿਖਾਈ ਦੇ ਰਹੀ ਹੈ। ਸ਼ਾਇਦ ਇਹਨਾਂ 'ਚ ਮਿਊਟੇਸ਼ਨ ਦੇ ਕਾਰਨ ਅਜਿਹਾ ਹੋ ਰਿਹਾ ਹੈ। ਕੀ ਤੁਸੀਂ ਵੇਖਣਾ ਚਾਹੁੰਦੇ ਹੋ ਇਹਨਾਂ ਨੂੰ? ਇਹਨਾਂ ਤੋਂ ਕੀ ਕੁਝ ਖਾਸ ਸੁਰਾਗ ਮਿਲਣਗੇ? ਹਾਂ, ਲੱਗਦਾ ਤਾਂ ਅਜਿਹਾ ਹੀ ਹੈ। ਇਹਨਾਂ ਮੱਛੀਆਂ ਨੇ ਬਦਲੀ ਹੋਈ ਪਰਿਸਥਿਤੀ ਦੇ ਹਿਸਾਬ ਨਾਲ ਖੁਦ ਨੂੰ ਤੇਜ਼ੀ ਨਾਲ ਢਾਲ ਲਿਆ ਹੈ। ਹੁਣ ਤੱਕ ਸਾਡੇ ਪਿਛਲੇ ਜੋ ਵੀ ਅਨੁਭਵ ਰਹੇ ਨੇ, ਇਹਨਾਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਨਵੇਂ ਅਣੂਆਂ ਦਾ ਨਿਰਮਾਣ ਹੋਇਆ ਹੈ। ਇਹ ਨਵੇਂ ਅਣੂ ਇਸ ਇਲਾਕੇ 'ਚ ਮਨੁੱਖੀ ਜੀਵਨ ਦੀ ਉਮੀਦ ਤਾਂ ਜਗਾਉਂਦੇ ਹੀ ਨੇ। ਠੀਕ ਹੈ, ਮੈਂ ਸਮਝ ਗਈ। ਤੁਸੀਂ ਜਲਦੀ ਨਾਲ ਇੱਥੋਂ ਦਾ ਡਾਟਾ ਇਕੱਠਾ ਕਰ ਲਓ। ਹਾਂ, ਧਿਆਨ ਰਹੇ ਕਿ ਮੱਛੀਆਂ ਦੀ ਇਸ ਕਲੋਨੀ ਨਾਲ ਜ਼ਿਆਦਾ ਛੇੜਛਾੜ ਨਾ ਹੋਵੇ। ਜੇਕਰ ਅਸੀਂ ਇੱਥੋਂ ਦੇ ਕੁਝ ਸੈਂਪਲ ਵੀ ਲੈ ਲਈਏ ਤਾਂ ਕਿਵੇਂ ਰਹੇਗਾ? ਹਾਂ, ਫਿਰ ਅਸੀਂ ਉਹਨਾਂ ਸੈਂਪਲਸ ਨੂੰ ਆਪਣੀ ਲੈਬ 'ਚ ਚੰਗੀ ਤਰ੍ਹਾਂ ਨਾਲ ਪਰਖ ਵੀ ਸਕਦੇ ਹਾਂ। ਨਹੀਂ ਨਹੀਂ, ਇਸ ਦੀ ਕੋਈ ਜ਼ਰੂਰਤ ਨਹੀਂ। ਦੇਖੋ, ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਇਹ ਯਾਦ ਦਿਲਾ ਦਿਆਂ ਕਿ ਸਾਡੀ ਨੈਸ਼ਨਲ ਨੈਨੋ ਇਨਫੋ ਕਾਰਗੋ ਪਾਲਿਸੀ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਕਿਸੇ ਵੀ ਨਵੀਂ ਵਿਕਸਿਤ ਹੋ ਰਹੀ ਕਾਲੋਨੀ ਨੂੰ ਬਿਲਕੁਲ ਵੀ ਨੁਕਸਾਨ ਨਾ ਪਹੁੰਚਾਇਆ ਜਾਵੇ, ਚਾਹੇ ਉਹ ਸਮੁੰਦਰ 'ਤੇ ਹੋਵੇ ਜਾਂ ਜ਼ਮੀਨ 'ਤੇ। ਜੇਕਰ ਸਾਨੂੰ ਇਹਨਾਂ ਦੀ ਬਣਾਵਟ ਨੂੰ ਲੈ ਕੇ ਭਰੋਸੇਮੰਦ ਜਾਣਕਾਰੀ ਮਿਲ ਜਾਵੇ ਤਾਂ ਅਸੀਂ ਲੈਬ 'ਚ ਇਹਨਾਂ ਨਾਲ ਕਾਫੀ ਮਿਲਦੀ ਜੁਲਦੀ ਯੂਨਿਟ ਤਿਆਰ ਕਰ ਸਕਦੇ ਹਾਂ। ਹਾਂ, ਸਹੀ ਹੈ। ਵੈਸੇ ਵੀ ਅਸੀਂ ਜਾਂਚ ਪੜਤਾਲ ਦੇ ਨਾਮ 'ਤੇ ਪਹਿਲਾਂ ਹੀ ਕਾਫੀ ਜ਼ਿਆਦਾ ਕਲੋਨੀਆਂ ਨੂੰ ਨੁਕਸਾਨ ਪਹੁੰਚਾ ਚੁੱਕੇ ਹਾਂ। ਹੁਣ ਵਕਤ ਦੀ ਮੰਗ ਇਹੀ ਹੈ ਕਿ ਇਹਨਾਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਜ਼ਿੰਦਗੀ ਨੂੰ ਵਧਣ ਫੁੱਲਣ ਦਾ ਪੂਰਾ ਮੌਕਾ ਮਿਲੇ। ਹਾਂ, ਮੈਂ ਤਾਂ ਸੋਚ ਰਹੀ ਸੀ ਕਿ ਇੱਥੋਂ ਦੇ ਜੀਵਨ ਨਾਲ ਜੁੜੀਆਂ ਕੁਝ ਚੀਜ਼ਾਂ ਆਪਣੇ ਨਾਲ ਲੈ ਜਾਵਾਂ, ਜਿਨ੍ਹਾਂ ਨੂੰ ਇਸ ਮਿਸ਼ਨ ਦੀ ਯਾਦ ਦੇ ਰੂਪ ਵਿੱਚ ਸੰਭਾਲ ਕੇ ਰੱਖ ਸਕਾਂ। ਜੀ ਹਾਂ, ਬਿਲਕੁਲ। ਮਨੁੱਖੀ ਭਾਵਨਾਵਾਂ ਦਾ ਤਾਂ ਸਾਨੂੰ ਲਿਹਾਜ਼ ਕਰਨਾ ਹੀ ਹੋਏਗਾ। ਠੀਕ ਹੈ, ਜਿਵੇਂ ਹੀ ਡਾਟਾ ਕਲੈਕਸ਼ਨ ਦਾ ਕੰਮ ਪੂਰਾ ਹੋ ਜਾਏਗਾ, ਤੁਸੀਂ ਇੱਥੋਂ ਦੀ ਜ਼ਿੰਦਗੀ ਦੇ ਨਮੂਨੇ ਆਸਾਨੀ ਨਾਲ ਲੈ ਕੇ ਜਾ ਸਕਦੇ ਹੋ। ਅਜਿਹਾ ਭਲਾ ਕਿਵੇਂ ਹੋ ਸਕੇਗਾ? ਮੈਂ ਜਿਉਂਦੇ ਜਾਗਦੇ 3D ਨਮੂਨੇ ਦੀ ਗੱਲ ਕਰ ਰਹੀ ਹਾਂ। ਹਰਜੀਤ, ਤੁਸੀਂ 3D ਦੀ ਗੱਲ ਕਰ ਰਹੇ ਹੋ। ਸਪੰਦਨ ਤਾਂ 4D ਦੇ ਪੱਧਰ 'ਤੇ ਕਿਸੇ ਵਿਚਾਰ ਦੀ ਰਚਨਾ ਕਰਨ 'ਚ ਸਮਰਥ ਹੈ। ਮੈਂ ਤੁਹਾਨੂੰ ਵਿਖਾਵਾਂਗੀ ਕਿ ਅਸੀਂ ਉਸ ਨੂੰ ਫਿਰ ਤੋਂ ਕਿਵੇਂ ਹਾਸਲ ਕਰ ਸਕਦੇ ਹਾਂ। ਇਹ ਉਨਾ ਹੀ ਆਸਾਨ ਹੈ ਜਿੰਨਾ ਕਿ ਕਿਸੇ ਡਾਟਾ ਨੂੰ ਫਿਰ ਤੋਂ ਕੱਢਣਾ। ਹਾਂ, ਤੁਹਾਡਾ ਮਤਲਬ ਹੈ ਕਿ 3D ਪ੍ਰਿੰਟਿੰਗ ਹੋ ਸਕੇਗੀ? 3D, ਇਹ ਪੁਰਾਣੀ ਜਿਹੀ ਟੈਕਨੋਲੋਜੀ ਦਾ ਜ਼ਿਕਰ ਸੁਣ ਕੇ ਚੰਗਾ ਲੱਗ ਰਿਹਾ ਹੈ। ਦੇਖੋ, ਇਸ 'ਚ ਹੋਏਗਾ ਇਹ ਕਿ ਇੰਜੀਨੀਅਰਡ ਮਟੀਰੀਅਲ ਦਾ ਇੱਕ ਹਿੱਸਾ ਲਿਆ ਜਾਏਗਾ। ਇੰਜੀਨੀਅਰਡ ਮਟੀਰੀਅਲ ਮਤਲਬ ਜੀਵ ਦੀ ਅਜਿਹੀ ਕੋਸ਼ਿਕਾ ਜਿਸ 'ਚ ਮਰਜ਼ੀ ਮੁਤਾਬਿਕ ਬਦਲਾਅ ਕੀਤਾ ਗਿਆ ਹੋਵੇ।
ਇਹਦੇ ਵਿੱਚ ਕੁਝ ਸੈਂਸਰ ਵੀ ਹੋਣਗੇ। ਜਿਵੇਂ ਹੀ ਇਸ ਇੰਜੀਨੀਅਰਡ ਮਟੀਰੀਅਲ ਨੂੰ ਮੁਫੀਦ ਹਾਲਾਤ ਮਿਲਣਗੇ, ਉਹ ਬਿਲਕੁਲ ਉਸ ਜੀਵ ਦੀ ਤਰ੍ਹਾਂ ਹੀ ਵਿਕਸਿਤ ਹੋ ਜਾਏਗਾ ਜਿਸ ਜੀਵ 'ਚੋਂ ਉਸ ਨੂੰ ਹਾਸਿਲ ਕੀਤਾ ਗਿਆ ਸੀ। ਅੱਛਾ, ਮੁਫੀਦ ਹਾਲਾਤ ਤੋਂ ਸਪੰਦਨ ਦਾ ਮਤਲਬ ਹੈ ਲੈਬ 'ਚ ਉਸ ਨੂੰ ਮੁਹੱਈਆ ਕਰਵਾਈਆਂ ਗਈਆਂ ਦਬਾਅ ਅਤੇ ਪਾਣੀ ਦਾ ਖਾਰਾਪਨ। ਤਾਂ ਹੀ ਉਸ ਜੀਵ ਦਾ ਅਸਲ ਵਿਵਹਾਰ ਨਜ਼ਰ ਆਏਗਾ। ਪਰ ਸਪੰਦਨ, ਸਮੁੰਦਰ ਦੀ ਇੰਨੀ ਗਹਿਰਾਈ 'ਚ ਜੀਵਾਂ ਦੀ ਕਲੋਨੀ ਹੋਣ ਦੀਆਂ ਕੀ ਸੰਭਾਵਨਾਵਾਂ ਨੇ? ਮਤਲਬ ਸਾਨੂੰ ਇੱਥੋਂ ਕੀ ਜਾਣਕਾਰੀਆਂ ਹਾਸਲ ਹੋਣਗੀਆਂ? ਮੈਂ ਤਾਂ ਸੋਚ ਰਹੀ ਹਾਂ ਕਿ ਕਿਤੇ ਅਸੀਂ ਲੋਕ ਇੱਥੇ ਬੇਵਜ੍ਹਾ ਤਾਂ ਨਹੀਂ ਆ ਗਏ। ਜੇਕਰ ਸੰਪੰਦਨ ਇੰਨਾ ਹੀ ਕਾਬਲ ਹੈ, ਸੁਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਹੈ, ਤਾਂ ਇਹ ਸਰਵੇ ਅਤੇ ਡੇਟਾ ਕਲੈਕਸ਼ਨ ਦਾ ਕੰਮ ਖੁਦ ਹੀ ਕਰ ਸਕਦਾ ਹੈ। ਫਿਰ ਸਾਡੀ ਕੀ ਜ਼ਰੂਰਤ ਸੀ? ਕਿਉਂ ਰਾਜਵਿੰਦਰ? ਨਹੀਂ, ਅਜਿਹੀ ਗੱਲ ਨਹੀਂ। ਮਨੁੱਖਾਂ 'ਚ ਅਜਿਹੀਆਂ ਬਹੁਤ ਸਾਰੀਆਂ ਖੂਬੀਆਂ ਨੇ ਜਿਹੜੀਆਂ ਸਪੰਦਨ 'ਚ ਨਹੀਂ। ਬੇਸ਼ੱਕ ਇਹ ਆંકੜਿਆਂ ਨੂੰ ਮਨੁੱਖਾਂ ਦੀ ਤੁਲਨਾ 'ਚ ਜ਼ਿਆਦਾ ਤੇਜ਼ੀ ਨਾਲ ਸਮਝ ਸਕਦਾ ਹੈ, ਪਰ ਫਿਰ ਵੀ ਕਿਸੇ ਸਟੀਕ ਨਤੀਜੇ 'ਤੇ ਪਹੁੰਚਣ ਲਈ ਮਨੁੱਖੀ ਬੁੱਧੀ ਦੀ ਹੀ ਜ਼ਰੂਰਤ ਪਏਗੀ। ਕਿਉਂ ਸਪੰਦਨ? ਜੀ ਹਾਂ, ਮਸਲਿਆਂ ਨੂੰ ਸਮਝਾਉਣ ਦਾ ਤੁਹਾਡਾ ਇਹ ਅੰਦਾਜ਼ਾ ਮੈਨੂੰ ਕਾਫੀ ਪਸੰਦ ਹੈ ਕੈਪਟਨ। ਹਾਏ ਰੱਬਾ, ਅੱਜ ਦਾ ਦਿਨ ਤਾਂ ਬੜਾ ਹੀ ਮੁਸ਼ਕਿਲ ਭਰਿਆ ਰਿਹਾ। ਮਨਪ੍ਰੀਤ, ਤੁਸੀਂ ਕਾਫੀ ਥੱਕੇ ਹੋਏ ਲੱਗ ਰਹੇ ਹੋ। ਆ ਲਓ, એનર્ਜੀ ਡਰਿੰਕ ਪੀਓ। ਨਹੀਂ, ਸ਼ੁਕਰੀਆ ਨਵੀਨ। ਵੈਸੇ ਇੱਥੇ ਅੰਦਰ ਸਭ ਕੁਝ ਕਿਵੇਂ ਚੱਲ ਰਿਹਾ ਹੈ? ਸਪੰਦਨ ਨੇ ਕੋਈ ਖਾਸ ਵਾਰਨਿੰਗ ਸਿਗਨਲ ਤਾਂ ਨਹੀਂ ਦਿੱਤਾ? ਨਾ, ਕੁਝ ਨਹੀਂ, ਸਭ ਕੁਝ ਠੀਕ ਹੈ। ਸਪੰਦਨ ਵੀ ਲਗਾਤਾਰ ਚੁੱਪਚਾਪ ਹੀ ਹੈ। ਬਸ ਉਹਨੇ ਆਪਣੀ ਚੁੱਪੀ ਉਦੋਂ ਹੀ ਤੋੜੀ ਜਦੋਂ ਤੁਹਾਨੂੰ ਚੱਟਾਨਾਂ ਦੇ ਕੋਲ ਕੁਝ ਖਤਰਾ ਜਿਹਾ ਮਹਿਸੂਸ ਹੋਇਆ ਸੀ। ਅੱਛਾ, ਕੰਟਰੋਲ ਸੈਂਟਰ ਵੀ ਤਾਂ ਸਪੰਦਨ ਦੇ ਐਲਗੋਰਿਦਮ ਤੇ ਲਗਾਤਾਰ ਨਜ਼ਰ ਰੱਖ ਹੀ ਰਿਹਾ ਹੋਵੇਗਾ ਨਾ, ਇਸ ਲਈ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਪਤਾ ਨਹੀਂ ਕਿੰਨੇ ਕੁ ਸੁਰੱਖਿਅਤ ਹਾਂ ਅਸੀਂ ਇੱਥੇ। ਹੈ? ਕੀ ਕਿਹਾ ਤੁਸੀਂ ਨਵੀਨ? ਮੈਂ ਸੁਣਿਆ ਨਹੀਂ। ਨਹੀਂ ਮਨਪ੍ਰੀਤ, ਕੁਝ ਵੀ ਨਹੀਂ। ਮੈਂ ਤਾਂ ਬਸ ਇਹ ਸੋਚ ਰਿਹਾ ਸੀ ਕਿ ਮੰਗਲ ਦੀ ਇਸ ਜ਼ਮੀਨ ਤੇ ਜਦੋਂ ਮਨੁੱਖੀ ਕਲੋਨੀਆਂ ਵਸਣਗੀਆਂ ਤਾਂ ਉਦੋਂ ਇੱਥੋਂ ਦੇ ਹਾਲਾਤ ਕਿਹੋ ਜਿਹੇ ਹੋਣਗੇ। ਕੀ ਲੋਕ ਇੱਥੇ ਵੀ ਉਹੀ ਹਰਕਤਾਂ ਕਰਨਗੇ ਜੋ ਧਰਤੀ ਤੇ ਕਰਦੇ ਨੇ? ਬਿਲਕੁਲ ਵੀ ਨਹੀਂ। ਇੱਥੇ ਦੀ ਜ਼ਿੰਦਗੀ 'ਚ ਤਾਂ ਬਹੁਤ ਜ਼ਿਆਦਾ ਬੰਦਿਸ਼ਾਂ ਹੋਣਗੀਆਂ। ਇੱਥੇ ਸਭ ਕੁਝ ਹੋਣਾ ਆਸਾਨ ਨਹੀਂ ਹੋਵੇਗਾ। ਬਿਲਕੁਲ। ਲੋਕ ਇੱਥੇ ਦੇ ਹਾਲਾਤਾਂ ਦੇ ਮੁਤਾਬਕ ਖੁਦ ਨੂੰ ਢਾਲ ਹੀ ਲੈਣਗੇ। ਧਰਤੀ ਤੇ ਬਦਲੀ ਹੋਈ ਜਲਵਾਯੂ ਨੇ ਉਹਨਾਂ ਨੂੰ ਪਹਿਲਾਂ ਹੀ ਚੰਗੀ ਖਾਸੀ ਰਿਹਰਸਲ ਕਰਵਾ ਦਿੱਤੀ ਹੈ। ਜ਼ਰਾ ਸੰਨ 2020 'ਚ ਆਈ ਹੋਈ ਕੋਵਿਡ ਮਹਾਮਾਰੀ ਨੂੰ ਯਾਦ ਕਰੋ। ਉਸਨੇ ਤਾਂ ਲੋਕਾਂ ਨੂੰ ਸਿਖਾ ਹੀ ਦਿੱਤਾ ਸੀ ਕਿ ਪਾਬੰਦੀਆਂ ਦੇ ਨਾਲ ਜ਼ਿੰਦਗੀ ਕਿਵੇਂ ਜਿਉਣੀ ਹੈ। ਉਹ ਤਾਂ ਠੀਕ ਹੈ, ਪਰ ਮਨੁੱਖਾਂ ਦੀਆਂ ਭਾਵਨਾ ਤੇ ਤਾਂ ਕੋਈ ਪਾਬੰਦੀ ਨਹੀਂ ਲੱਗ ਸਕਦੀ ਨਾ। ਕੀ ਅਸੀਂ ਇਹ ਸਭ ਸੋਚਣਾ ਦਾਰਸ਼ਨਿਕਾਂ ਦਾ ਕੰਮ ਹੈ। ਅਜੇ ਤਾਂ ਅਸੀਂ ਇਹਨਾਂ ਦਿੱਕਤਾਂ ਬਾਰੇ ਸੋਚਣਾ ਹੈ ਜਿਹੜੀਆਂ ਸਾਡੇ ਸਾਹਮਣੇ ਨੇ ਨਵੀਨ। ਅਜਿਹੀਆਂ ਗੱਲਾਂ 'ਚ ਧਿਆਨ ਦੇਣ ਦਾ ਕੋਈ ਵੇਲਾ ਨਹੀਂ ਹੈ ਹਾਲੇ। ਮੇਰੇ ਖਿਆਲ ਨਾਲ ਤੁਹਾਨੂੰ ਕੁਝ ਦੇਰ ਸੌਂ ਜਾਣਾ ਚਾਹੀਦਾ। ਕਾਫੀ ਥੱਕੇ ਹੋਏ ਲੱਗ ਰਹੇ ਹੋ ਤੁਸੀਂ। ਸਲੀਪ ਚੈਂਬਰ ਤੁਹਾਡੀ ਉਡੀਕ ਕਰ ਰਿਹਾ। ਹਾਂ, ਆਈਡੀਆ ਤਾਂ ਚੰਗਾ ਹੈ। ਤਰੋਤਾਜ਼ਾ ਹੋਣ ਲਈ ਵੈਸੇ ਵੀ ਜ਼ਰੂਰੀ ਹੈ। ਠੀਕ ਹੈ ਨਵੀਨ, ਫਿਰ ਮੁਲਾਕਾਤ ਹੋਏਗੀ। ਬਾਏ। ਤਾਂ ਸਪੰਦਨ, ਸਾਡੀ ਗੱਲ ਪੂਰੀ ਨਹੀਂ ਸੀ ਹੋਈ। ਅੱਗੇ ਤਾਂ ਸੁਣਾਓ ਕਿ ਐਲਗੋਰਿਦਮ 'ਚ ਕੋਈ ਦਿੱਕਤ ਆ ਗਈ ਹੈ? ਖੈਰ, ਉਹ ਸਭ ਕੰਟਰੋਲ ਸੈਂਟਰ ਵਾਲੇ ਵੇਖਣਗੇ। ਮੈਂ ਟੈਨਸ਼ਨ ਕਿਉਂ ਲਵਾਂ? ਜੀ ਹਾਂ, ਉਹ ਲੋਕ ਇਹੋ ਜਿਹੀਆਂ ਮੁਸ਼ਕਲਾਂ ਨੂੰ ਸੁਲਝਾਉਣ ਦੇ ਮਾਹਰ ਨੇ। ਸਪੰਦਨ, ਕੀ ਤੁਸੀਂ ਕੁਝ ਨਾਵਲ ਪੜ੍ਹੇ ਨੇ? ਮੇਰਾ ਮਤਲਬ ਹੈ ਪ੍ਰੇਮ ਕਥਾਵਾਂ, ਜਿਨ੍ਹਾਂ ਤੋਂ ਤੁਸੀਂ ਕੁਝ ਹਾਸਲ ਕੀਤਾ ਹੋਵੇ। ਜੀ ਨਹੀਂ, ਅਜਿਹਾ ਤਾਂ ਕੁਝ ਖਾਸ ਹਾਸਿਲ ਨਹੀਂ ਕੀਤਾ ਮੈਂ ਤਾਂ ਵੈਸੇ ਹੀ ਪੜ੍ਹੇ ਜਿਵੇਂ ਕੋਈ ਮਨੁੱਖ ਪੜ੍ਹਦਾ ਹੈ। ਪਰ ਕੁਝ ਸਾਲ ਪਹਿਲਾਂ ਤੱਕ ਮੈਨੂੰ ਉਹਨਾਂ ਨੂੰ ਪੜ੍ਹਨ 'ਚ ਮਜ਼ਾ ਨਹੀਂ ਆਉਂਦਾ ਸੀ। ਮੈਂ ਤੁਹਾਨੂੰ ਕੁਝ ਅਜਿਹੇ ਨਾਵਲਾਂ ਬਾਰੇ ਦੱਸਾਂਗਾ ਜੋ ਤੁਹਾਨੂੰ ਸਾਡੀ ਡਿਜੀਟਲ ਲਾਇਬ੍ਰੇਰੀ 'ਚੋਂ ਮਿਲ ਜਾਣਗੇ। ਮੈਨੂੰ ਤਾਂ ਉਹ ਸਾਰੇ ਇੱਕੋ ਜਿਹੇ ਹੀ ਲੱਗਦੇ ਨੇ। ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਵੇਖਿਆ ਹੈ। ਲੱਗਦਾ ਹੈ ਇੱਕ ਹੀ ਕਹਾਣੀ ਵਾਰ-ਵਾਰ ਕਹੀ ਜਾ ਰਹੀ ਹੈ। ਲੱਗਦਾ ਤੁਸੀਂ ਕਲਾਸਿਕ ਰਚਨਾਵਾਂ ਨਹੀਂ ਪੜ੍ਹੀਆਂ। ਉਹਨਾਂ 'ਚ ਤਾਂ ਹਰ ਕਹਾਣੀ ਆਪਣੇ ਆਪ 'ਚ ਅਨੋਖੀ ਹੁੰਦੀ ਹੈ। ਨਹੀਂ, ਅਜਿਹੇ ਚੰਗੇ ਨਾਵਲ ਤਾਂ ਮੈਂ ਕਦੇ ਨਹੀਂ ਪੜ੍ਹੇ। ਮੈਨੂੰ ਤਾਂ ਉਹ ਕੁਝ ਜ਼ਿਆਦਾ ਹੀ ਔਖੇ ਲੱਗਦੇ ਨੇ। ਔਖੇ ਲੱਗਦੇ ਨੇ?
ਮਨੁੱਖ ਦੀ ਕੋਈ ਰਚਨਾ ਭਲਾ ਤੁਹਾਡੇ ਵਰਗੀ ਬੁੱਧੀਮਾਨ ਮਸ਼ੀਨ ਦੇ ਲਈ ਔਖੀ ਕਿਵੇਂ ਹੋ ਸਕਦੀ ਹੈ? ਆਮ ਤੌਰ 'ਤੇ ਛਪਣ ਵਾਲੀਆਂ ਪ੍ਰੇਮ ਕਥਾਵਾਂ ਨੂੰ ਮੈਂ ਚੰਗੀ ਤਰ੍ਹਾਂ ਸਮਝ ਲੈਂਦਾ ਹਾਂ। ਇਹਨਾਂ ਨੂੰ ਤੁਸੀਂ ਸਸਤਾ ਸਾਹਿਤ ਵੀ ਕਹਿੰਦੇ ਹੋ, ਪਰ ਕਲਾਸੀਕਲ ਮੇਰੇ ਵਿੱਚ ਭਾਵਨਾਵਾਂ ਦੇ ਪੱਧਰ 'ਤੇ ਇੰਨੀ ਗਹਿਰਾਈ ਨਹੀਂ ਹੈ ਕਿ ਮੈਂ ਉਹਨਾਂ ਨੂੰ ਸਮਝ ਸਕਾਂ। ਤਾਂ ਕੀ ਇਸ ਦਾ ਮਤਲਬ ਇਹ ਹੋਇਆ ਕਿ ਤੁਹਾਡਾ ਪਿਆਰ ਵੀ ਪੇਪਰਬੈਕ ਨਾਵਲਾਂ ਦੇ ਵਾਂਗ ਸਸਤਾ ਹੈ? ਜੀ ਨਹੀਂ, ਆਪਣੇ ਪਿਆਰ ਨੂੰ ਮੈਂ ਕਿਸੇ ਕੈਟੇਗਰੀ 'ਚ ਤਾਂ ਨਹੀਂ ਰੱਖ ਸਕਦਾ, ਬਸ ਮੈਂ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਕੀ ਆਪਣੇ ਸਾਥੀ ਦੇ ਤੌਰ 'ਤੇ ਤੁਹਾਨੂੰ ਕੋਈ ਪਸੰਦ ਆਇਆ? ਹਾਂ, ਪਰ ਮੈਂ ਇਹ ਹਜੇ ਦੱਸ ਨਹੀਂ ਸਕਦਾ ਕਿਉਂਕਿ ਮੈਨੂੰ ਤੁਹਾਡਾ ਬੋਲਣ ਦਾ ਅੰਦਾਜ਼, ਬਟਨ ਦਬਾਉਣ ਦਾ ਤਰੀਕਾ, ਤੁਹਾਡੇ ਸਾਰੇ ਤੌਰ ਤਰੀਕੇ ਪਸੰਦ ਨੇ। ਸਪੰਦਨ, ਫਿਰ ਤਾਂ ਤੁਹਾਨੂੰ ਇਹ ਤੈਅ ਕਰਨਾ ਹੀ ਹੋਵੇਗਾ ਕਿ ਤੁਹਾਡੇ ਪਿਆਰ ਦਾ ਮੈਂ ਕੀ ਜਵਾਬ ਦੇਵਾਂ। ਤੁਸੀਂ ਕੋਈ ਰਸਤਾ ਸੁਝਾਓ। ਇਹਦਾ ਰਸਤਾ ਇਹ ਹੈ ਕਿ ਕੀ ਕੰਟਰੋਲ ਸਿਸਟਮ ਨੇ ਸਪੰਦਨ ਦੇ ਸਿਸਟਮ 'ਚ ਕੁਝ ਬਦਲਾਅ ਕੀਤਾ ਹੈ? ਕਿਉਂ, ਕੀ ਹੋਇਆ? ਕੁਝ ਗੜਬੜੀ ਹੋਈ ਹੈ ਕੀ? ਉਧਰ ਦੂਰ ਖਤੇ 'ਚੋਂ ਅਚਾਨਕ ਇੱਕ ਤੂਫਾਨ ਉੱਠਿਆ ਹੈ ਤੇ ਉਹ ਸਾਡੇ ਵੱਲ ਆ ਰਿਹਾ ਹੈ। ਮੈਂ ਹੁਣੇ ਆਕਸਿਲਰੀ ਸਿਸਟਮ ਦੇ ਮੋਨੀਟਰ ਤੇ ਵੇਖਿਆ ਸਪੰਦਨ। ਹਾਂ, ਮੰਗਲ ਗ੍ਰਹਿ ਦੇ ਉੱਤਰ ਪੂਰਬ ਦੀ ਦਿਸ਼ਾ ਤੋਂ ਚੁੰਬਕੀ ਅਣੂਆਂ ਦੀ ਇੱਕ ਲਹਿਰ ਜਿਹੀ ਚੱਲੀ ਹੈ। ਫਿਰ ਸਾਨੂੰ ਇੱਥੋਂ ਬਚਣ ਦੇ ਲਈ ਛੇਤੀ ਕੁਝ ਕਰਨਾ ਪਵੇਗਾ। ਜਲਦੀ ਕਰੋ ਸਪੰਦਨ, ਕੁਝ ਕਰੋ। ਓਕੇ। ਅਚਾਨਕ ਹੋਏ ਬਦਲਾਅ ਨਾਲ ਸਾਰੇ ਇਲੈਕਟ੍ਰੋਮੈਗਨੈਟਿਕ ਸਿਸਟਮ ਸਸਪੈਂਸ਼ਨ ਮੋਡ 'ਚ ਚਲੇ ਗਏ ਨੇ। ਬਸ ਸ਼ੁਕਰ ਹੈ ਕਿ ਦੂਸਰੇ ਜ਼ਰੂਰੀ ਸਿਸਟਮ ਸਹੀ ਸਲਾਮਤ ਨੇ। ਸਾਡਾ ਡਾਟਾਬੇਸ ਕੀ ਦੱਸ ਰਿਹਾ? ਉਸ 'ਚ ਤਾਂ ਇਸ ਤਰ੍ਹਾਂ ਦੇ ਤੂਫਾਨ ਦਾ ਕੋਈ ਜ਼ਿਕਰ ਹੀ ਨਹੀਂ ਹੈ। ਸ਼ਾਇਦ ਰਸਤੇ 'ਚ ਕੋਈ ਅਜੀਬ ਜਿਹਾ ਚੁੰਬਕੀ ਖੇਤਰ ਬਣ ਗਿਆ ਹੋਵੇਗਾ। ਸਪੰਦਨ, ਕੀ ਇਸ ਤੂਫਾਨ ਨਾਲ ਨਿਪਟਣਾ ਮੁਸ਼ਕਲ ਹੋਏਗਾ? ਕੋਈ ਮੁਸ਼ਕਿਲ ਨਹੀਂ ਹੈ ਨਵੀਨ, ਅਜੇ ਸਭ ਕੁਝ ਸਹੀ ਚੱਲ ਰਿਹਾ ਹੈ। ਮੈਂ ਇਸ ਨੂੰ ਸੰਭਾਲ ਲਵਾਂਗਾ। ਪੱਕਾ ਨਾ ਸਪੰਦਨ? ਮੇਰੇ 'ਤੇ ਭਰੋਸਾ ਰੱਖੋ ਦੋਸਤੋ, ਇਹ ਸਿਰਫ ਇੱਕ ਗਤੀ ਹੈ, ਕੋਈ ਪਿਆਰ ਨਹੀਂ। ਇਹ ਸੰਕਟ ਵੀ ਕੁਝ ਹੀ ਮਿੰਟਾਂ 'ਚ ਟਲ ਜਾਏਗਾ। ਬਸ ਮੇਰੇ 'ਤੇ ਭਰੋਸਾ ਰੱਖੋ। ਸਪੰਦਨ, ਫਿਕਰ ਨਾ ਕਰੋ, ਮੇਰਾ ਸਿਸਟਮ ਬਿਲਕੁਲ ਸਹੀ ਸਲਾਮਤ ਹੈ। ਮੈਨੂੰ ਤੇਰੇ ਨਾਲ ਪਿਆਰ ਹੈ ਸਪੰਦਨ। ਕੀ ਕਿਹਾ? ਮੇਰੇ ਨਾਲ ਪਿਆਰ ਕਰਦੇ ਹੋ ਤੁਸੀਂ? ਨਵੀਨ, ਲੱਗ ਰਿਹਾ ਹੈ ਕਿਸੇ ਨੇ ਮੇਰੀ ਕਾਬਲੀਅਤ ਨੂੰ ਅਚਾਨਕ ਹੀ ਨਵੀਂ ਰਫ਼ਤਾਰ ਦੇ ਦਿੱਤੀ ਹੈ। ਨਵੀਨ, ਇਹ ਇੱਕ ਬਿਲਕੁਲ ਹੀ ਅਲੱਗ ਅਨੁਭਵ ਹੈ। ਹੁਣ ਮੇਰਾ ਫਲੂਇਡ ਸਿਸਟਮ ਇਸ ਤੂਫਾਨ ਨਾਲ ਨਵੇਂ ਹੌਸਲੇ ਨਾਲ ਲੜੇਗਾ ਤੇ ਇਹ ਮੈਂ ਜਾ ਰਿਹਾ ਹਾਂ। ਨਵੀਨ। ਸਪੰਦਨ, ਧਿਆਨ ਰੱਖੀ ਆਪਣਾ। ਹੁਣ ਨੋਟ ਕਰੋ ਇਸ ਕੜੀ ਵਿੱਚ ਪੁੱਛੇ ਜਾਣ ਵਾਲੇ ਸਵਾਲ। ਸਵਾਲ ਨੰਬਰ 1, ਜਰਨਲ AI ਦੀ ਵਰਤੋਂ ਦੇ ਕੀ ਜੋਖਮ ਨੇ? ਸਵਾਲ ਨੰਬਰ 2, ਖਿਤਿਜ ਦੇ ਉਸ ਪਾਰ ਵਿੱਚ ਸਪੰਦਨ ਕੀ ਕਰਦਾ ਹੈ? ਸਵਾਲਾਂ ਦੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ ਦੀ 20ਵੀਂ ਕੜੀ। ਮੂਲ ਲੇਖਨ ਡਾਕਟਰ ਮਾਨਸ ਪ੍ਰੀਤਮ ਦਾਸ, ਲੜੀਵਾਰ ਸੰਯੋਜਕ ਡਾਕਟਰ BK ਤਿਆਗੀ, ਪੰਜਾਬੀ ਰੂਪਾਂਤਰ ਤੇ ਖੋਜ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਭਾਗ ਲੈਣ ਵਾਲੇ ਕਲਾਕਾਰ ਇੰਦਰਜੀਤ ਦੇਵਗਨ, ਸੋਮ ਸਹੋਤਾ, ਹਰੀਸ਼ ਚੰਦਰ, ਦਿਨੇਸ਼, ਅਰਜੁਨਾ ਪੱਲਾ, ਰੀਮਾ, ਈਸ਼ੂ ਕੌਸ਼ਿਸ਼ ਤੇ ਜਤਿੰਦਰ ਰਿਆੜ। ਵਿਸ਼ੇਸ਼ ਸਹਿਯੋਗ ਸਰਬਜੀਤ ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।